ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਗੱਲ ਕਰਾਂਗੇ ਕੈਨੇਡਾ ਦੀ। ਕੈਨੇਡਾ ਦੇ ਵਿੱਚ ਜੇਕਰ ਕੋਈ ਅਪਰਾਧਿਕ ਨੌਜਵਾਨ ਵਿਅਕਤੀ ਹੈ ਜੋ ਕਿ ਕੈਨੇਡਾ ਦੇ ਵਿੱਚ ਜਾਣਾ ਚਾਹੁੰਦਾ ਕਿ ਉਸ ਨੂੰ ਕੈਨੇਡਾ ਜਾਣ ਦੀ ਇਜਾਜ਼ਤ ਹੋਵੇਗੀ ਤੇ ਜੇਕਰ ਉਹ ਜਾ ਸਕਦਾ ਤਾਂ ਉਸ ਦੇ ਵਾਸਤੇ ਕੀ ਕੁਝ ਵਿਕਲਪ ਹੋ ਸਕਦੇ ਨੇ, ਦੇਖੋ ਇਹ ਖਾਸ ਰਿਪੋਰਟ। ਅਪਰਾਧਿਕ ਰਿਕਾਰਡ ਦੇ ਨਾਲ ਕੈਨੇਡਾ ਦੇ ਵਿੱਚ ਦਾਖਲ ਹੋਣਾ ਮੁਸ਼ਕਿਲ ਹੋ ਸਕਦਾ ਹੈ, ਪਰ ਸਰਕਾਰ ਨੇ ਕੁਝ ਵਿਕਲਪ ਵੀ ਨੇ। ਕੋਈ ਵੀ ਵਿਅਕਤੀ ਆਪਣੇ ਅਪਰਾਧਿਕ ਰਿਕਾਰਡ ਤੇ ਅਪਰਾਧਿਕ ਸਜ਼ਾ ਦੇ ਨਾਲ ਕੈਨੇਡਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਜਾਣ ਕੇ ਹੈਰਾਨ ਹੋ ਸਕਦਾ ਹੈ ਕਿ ਉਹਨਾਂ ਨੂੰ ਅਯੋਗ ਮੰਨਿਆ ਜਾ ਸਕਦਾ ਹੈ। ਇਹ ਕਿਸੇ ਵੀ ਦੇਸ਼ ਦੇ ਵਸਨੀਕਾਂ ਲਈ ਸੱਚ ਹੋ ਸਕਦਾ ਹੈ ਜੋ ਕੈਨੇਡਾ ਆਵਾਸ ਕਰਨਾ ਚਾਹੁੰਦੇ ਨੇ ਜਾਂ ਸਜ਼ਾ ਤੋਂ ਬਾਅਦ ਕਈ ਸਾਲਾਂ ਬਾਅਦ ਵੀ ਜਾਣਾ ਚਾਹੁੰਦੇ ਨੇ। ਹਾਲਾਂਕਿ ਕੁਝ ਸਥਿਤੀਆਂ ਦੇ ਵਿੱਚ ਰਿਕਾਰਡ ਕੀਤੇ ਗਏ ਦੋਸ਼ਾਂ ਵਾਲੇ ਵਿਅਕਤੀ ਲਈ ਕੈਨੇਡਾ ਦੇ ਵਿੱਚ ਦਾਖਲ ਹੋਣਾ ਸੰਭਵ ਹੋ ਸਕਦਾ ਹੈ ਜੇਕਰ ਉਹ ਇੱਕ ਸਥਾਈ ਰੈਜ਼ੀਡੈਂਟ ਪਰਮਿਟ ਪ੍ਰਾਪਤ ਕਰਨ ਦੇ ਯੋਗ ਹੁੰਦੇ ਨੇ ਜਾਂ ਉਹ ਇਹ ਦਰਸਾ ਸਕਦੇ ਨੇ ਕਿ ਉਹਨਾਂ ਨੇ ਅਪਰਾਧਿਕ ਮੁੜ ਵਸੇਬੇ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ। ਕਿਸੇ ਵਿਅਕਤੀ ਨੂੰ ਕੈਨੇਡਾ ਲਈ ਅਯੋਗ ਕੀ ਬਣਾਉਂਦਾ ਹੈ? ਸੰਗੀਨ ਸਜ਼ਾਵਾਂ ਦੀ ਇੱਕ ਲੰਮੀ ਸੂਚੀ ਹੈ ਜੋ ਕਿਸੇ ਵਿਅਕਤੀ ਨੂੰ ਕੈਨੇਡਾ ਦੇ ਵਿੱਚ ਅਯੋਗ ਬਣਾ ਸਕਦੀ ਹੈ। ਸਭ ਤੋਂ ਆਮ ਅਪਰਾਧ ਲਾਪਰਵਾਹੀ ਨਾਲ ਗੱਡੀ ਚਲਾਉਣਾ, ਨਸ਼ੀਲੇ ਪਦਾਰਥਾਂ ਜਾਂ ਅਲਕੋਹਲ ਦੇ ਪ੍ਰਭਾਵ ਹੇਠ ਗੱਡੀ ਚਲਾਉਣਾ, ਧੋਖਾਧੜੀ, ਹਮਲਾ ਅਤੇ ਨਸ਼ੀਲੇ ਪਦਾਰਥਾਂ ਦੇ ਅਪਰਾਧ ਨੇ। ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਕੈਨੇਡਾ ਦੇ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਕਾਫੀ ਹੋ ਸਕਦਾ ਹੈ, ਭਾਵੇਂ ਉਹ ਨਾਬਾਲਗ ਮੰਨਿਆ ਗਿਆ ਹੋਵੇ ਅਤੇ ਬਹੁਤ ਸਮਾਂ ਪਹਿਲਾਂ ਹੋਇਆ ਹੋਵੇ। ਇਹ ਵੀ ਧਿਆਨ ਦੇਣ ਯੋਗ ਹੈ ਕਿ ਜਿਹੜੇ ਲੋਕ ਇਸ ਵੇਲੇ ਸਜ਼ਾ ਕੱਟ ਰਹੇ ਨੇ ਜਾਂ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਸਜ਼ਾ ਪੂਰੀ ਕੀਤੀ ਹੈ, ਉਹਨਾਂ ਨੂੰ ਕੈਨੇਡਾ ਦੇ ਵਿੱਚ ਦਾਖਲਾ ਦਿੱਤੇ ਜਾਣ ਦੀ ਸੰਭਾਵਨਾ ਘੱਟ ਹੈ। ਅਸਥਾਈ ਨਿਵਾਸੀ ਪਰਮਿਟ। ਇੱਕ ਅਸਥਾਈ ਰੈਜ਼ੀਡੈਂਟ ਪਰਮਿਟ ਤੁਹਾਨੂੰ ਇੱਕ ਖਾਸ ਸਮੇਂ ਲਈ ਕੈਨੇਡਾ ਦੇ ਵਿੱਚ ਕਾਨੂੰਨੀ ਦਾਖਲਾ ਦਿੰਦਾ ਹੈ ਜੇਕਰ ਤੁਸੀਂ ਆਪਣੀ ਫੇਰੀ ਦਾ ਕੋਈ ਜਾਇਜ਼ ਕਾਰਨ ਦੇ ਸਕਦੇ ਹੋ। TRP ਲਈ ਕਿਸੇ ਵੀ ਸਮੇਂ ਲਾਗੂ ਕੀਤਾ ਜਾ ਸਕਦਾ ਹੈ, ਭਾਵੇਂ ਤੁਸੀਂ ਆਪਣੀ ਸਜ਼ਾ ਨੂੰ ਕਿੰਨਾ ਸਮਾਂ ਪਹਿਲਾਂ ਪੂਰਾ ਕੀਤਾ ਹੈ ਜਾਂ ਭਾਵੇਂ ਤੁਸੀਂ ਅਜੇ ਵੀ ਆਪਣੀ ਸਜ਼ਾ ਦਾ ਹਿੱਸਾ ਕੱਟ ਰਹੇ ਹੋ। ਹਾਲਾਂਕਿ ਕੀਤੇ ਗਏ ਅਪਰਾਧ ਦੀ ਗੰਭੀਰਤਾ ਅਤੇ ਤੁਹਾਡੀ ਸਜ਼ਾ ਕਿੰਨੀ ਹਾਲ ਹੀ ਦੇ ਵਿੱਚ ਪੂਰੀ ਹੋਈ ਹੈ ਜਾਂ ਜੇਕਰ ਇਹ ਅਜੇ ਵੀ ਜਾਰੀ ਹੈ, ਨਾਲ TRP ਪ੍ਰਾਪਤ ਕਰਨ ਦੀ ਸੰਭਾਵਨਾ ਘਟ ਜਾਂਦੀ ਹੈ। ਅਰਜ਼ੀ ਕਿਵੇਂ ਦੇਣੀ ਹੈ? TRP ਲਈ ਅਰਜ਼ੀ ਦੇਣ ਦੇ ਦੋ ਤਰੀਕੇ ਨੇ। ਦੋਵਾਂ ਸਥਿਤੀਆਂ ਦੇ ਵਿੱਚ ਤੁਹਾਨੂੰ ਸਹਾਇਕ ਦਸਤਾਵੇਜ਼ ਜਮ੍ਹਾਂ ਕਰਾਉਣ ਦੀ ਲੋੜ ਹੋਵੇਗੀ ਜੋ ਤੁਹਾਨੂੰ ਕੈਨੇਡਾ ਲਈ ਅਯੋਗ ਹੋਣ ਦੇ ਕਾਰਨ ਦੇ ਨਾਲ ਕੈਨੇਡਾ ਆਉਣ ਦੇ ਤੁਹਾਡੇ ਕਾਰਨ ਬਾਰੇ ਵੀ ਦੱਸਦੇ ਨੇ। ਸਾਰੀਆਂ ਸਥਿਤੀਆਂ ਦੇ ਵਿੱਚ ਇੱਥੋਂ ਤੱਕ ਕਿ ਸੈਰ ਸਪਾਟਾ ਵੀ ਇੱਕ ਅਧਿਕਾਰੀ ਤੁਹਾਡੇ ਪਿਛਲੇ ਵਿਸ਼ਵਾਸ ਦੇ ਆਧਾਰ ਤੇ ਤੁਹਾਨੂੰ ਕੈਨੇਡਾ ਦੇ ਵਿੱਚ ਦਾਖਲ ਹੋਣ ਦੀ ਆਗਿਆ ਦੇਣ ਦੇ ਜੋਖਮਾਂ ਤੇ ਲਾਭਾਂ ਨੂੰ ਤੋਲੇਗਾ। ਇੱਕ TRP ਸਿਰਫ ਤੁਹਾਡੇ ਕੈਨੇਡਾ ਦੇ ਵਿੱਚ ਰਹਿਣ ਦੀ ਯੋਜਨਾ ਦੇ ਸਮੇਂ ਲਈ ਵੈਧ ਹੈ ਅਤੇ ਹਰ ਵਾਰ ਜਦੋਂ ਤੁਸੀਂ ਦੇਸ਼ ਦੇ ਵਿੱਚ ਦਾਖਲ ਹੁੰਦੇ ਹੋ ਤਾਂ ਤੁਹਾਨੂੰ ਇੱਕ ਨਵੇਂ ਦੀ ਲੋੜ ਹੋਵੇਗੀ। ਇੱਕ ਵਾਰ ਜਦੋਂ ਤੁਸੀਂ ਜਾਂ ਤੁਹਾਡੇ ਵਕੀਲ ਸਾਰੇ ਲੋੜੀਂਦੇ ਦਸਤਾਵੇਜ਼ ਇਕੱਠੇ ਕਰ ਲੈਂਦੇ ਨੇ ਤਾਂ ਤੁਹਾਨੂੰ ਆਪਣੀ ਅਰਜ਼ੀ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੂੰ ਮਨਜ਼ੂਰੀ ਲਈ ਭੇਜਣ ਦੀ ਲੋੜ ਹੋਵੇਗੀ। ਕੌਂਸਲੇਟ ਰਾਹੀਂ ਅਰਜ਼ੀ ਦੇਣਾ। ਜੇਕਰ ਤੁਹਾਡੇ ਕੋਲ ਆਪਣੀ ਯਾਤਰਾ ਦੀ ਪਹਿਲਾਂ ਤੋਂ ਯੋਜਨਾ ਬਣਾਉਣ ਦਾ ਸਮਾਂ ਤਾਂ USA ਦੇ ਨਾਗਰਿਕ ਆਪਣੀ TRP ਅਰਜ਼ੀ ਕੈਨੇਡੀਅਨ ਕੌਂਸਲੇਟ ਨੂੰ ਜਮ੍ਹਾਂ ਕਰਵਾ ਸਕਦੇ ਨੇ। ਪ੍ਰੋਸੈਸਿੰਗ ਦਾ ਸਮਾਂ ਵੱਖ-ਵੱਖ ਹੋ ਸਕਦਾ, ਪਰ ਜੇਕਰ ਤੁਹਾਨੂੰ ਮਨਜ਼ੂਰੀ ਮਿਲਦੀ ਹੈ ਤਾਂ ਤੁਹਾਨੂੰ ਕੈਨੇਡਾ ਦੇ ਵਿੱਚ ਦਾਖਲੇ ਦੀ ਗਾਰੰਟੀ ਦਿੱਤੀ ਜਾਂਦੀ ਹੈ। ਇੰਦਰਾਜ਼ ਦੇ ਇੱਕ ਪੋਰਟ ਤੇ ਅਰਜ਼ੀ ਦੇ ਰਿਹਾ ਹੈ। ਕੈਨੇਡਾ ਦੇ ਵਿੱਚ ਦਾਖਲੇ ਦੇ ਸਥਾਨ ਤੇ ਪਹੁੰਚਣ ਤੇ TRP ਪ੍ਰਾਪਤ ਕਰਨਾ ਸੰਭਵ ਹੈ, ਜਿਵੇਂ ਕਿ 에ਅਰਪੋਰਟ ਜਾਂ ਲੈਂਡ ਬਾਰਡਰ, ਪਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਕੈਨੇਡੀਅਨ ਇਮੀਗ੍ਰੇਸ਼ਨ ਅਫਸਰ ਤੁਹਾਨੂੰ ਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇਵੇਗਾ। ਅੰਤਿਮ ਫੈਸਲਾ ਅਧਿਕਾਰੀ ਤੇ ਨਿਰਭਰ ਕਰਦਾ ਹੈ ਅਤੇ ਉਹਨਾਂ ਨੂੰ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਤੁਹਾਡੀ ਯਾਤਰਾ ਕੈਨੇਡੀਅਨ ਦੀ ਸਿਹਤ ਅਤੇ ਸੁਰੱਖਿਆ ਦੇ ਵਿਰੁੱਧ ਜਾਇਜ਼ ਹੈ। ਜੇਕਰ ਤੁਹਾਨੂੰ ਦਾਖਲੇ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਤਾਂ ਤੁਹਾਨੂੰ ਉਦੋਂ ਤੱਕ ਕੈਨੇਡਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਜਦੋਂ ਤੱਕ ਤੁਹਾਨੂੰ ਕੈਨੇਡੀਅਨ ਕੌਂਸਲੇਟ ਤੋਂ ਮਨਜ਼ੂਰੀ ਨਹੀਂ ਮਿਲਦੀ। ਅਪਰਾਧਿਕ ਪੁਨਰਵਾਸ। ਸਵੀਕਾਰ ਕਰਨ ਯੋਗ ਬਣਨ ਦਾ ਇੱਕ ਹੋਰ ਰਸਤਾ ਅਪਰਾਧਿਕ ਪੁਨਰਵਾਸ ਦੁਆਰਾ ਹੈ। ਜੇਕਰ ਤੁਸੀਂ ਪਿਛਲੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਦਾਖਲ ਹੋਣ ਦੇ ਵਿੱਚ ਅਸਮਰੱਥ ਹੋ ਅਤੇ ਤੁਹਾਡੀ ਸਜ਼ਾ ਦੀ ਸਮਾਪਤੀ ਤੋਂ 5 ਸਾਲ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ ਤਾਂ ਤੁਸੀਂ ਅਰਜ਼ੀ ਦੇਣ ਦੇ ਯੋਗ ਹੋ ਸਕਦੇ ਹੋ। ਇੱਕ ਵਿਅਕਤੀ ਨੂੰ ਮੁੜ ਵਸੇਬਾ ਮੰਨਿਆ ਜਾਂਦਾ ਜੇਕਰ ਉਹ ਸਾਬਤ ਕਰ ਸਕਦਾ ਹੈ ਕਿ ਉਹ ਇੱਕ ਸਥਿਰ ਜੀਵਨ ਸ਼ੈਲੀ ਜੀ ਰਿਹਾ, ਉਸ ਦੀ ਸਜ਼ਾ ਦੀ ਸਮਾਪਤੀ ਤੋਂ ਘੱਟੋ-ਘੱਟ 5 ਸਾਲ ਬੀਤ ਚੁੱਕੇ ਨੇ ਅਤੇ ਉਹਨਾਂ ਦੇ ਅੱਗੇ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ। 5 ਸਾਲਾਂ ਦੀ ਗਣਨਾ ਕਰਨ ਦਾ ਤਰੀਕਾ ਤੁਹਾਡੇ ਦੁਆਰਾ ਸੁਣਾਈ ਗਈ ਸਜ਼ਾ ਦੀ ਕਿਸਮ ਦੇ ਆਧਾਰ ਤੇ ਵੱਖਰਾ ਹੋ ਸਕਦਾ ਹੈ। ਮੁਅੱਤਲ ਸਜ਼ਾ। ਸਜ਼ਾ ਦੀ ਮਿਤੀ ਤੋਂ 5 ਸਾਲ ਗਿਣੋ। ਜੁਰਮਾਨੇ ਦੇ ਨਾਲ ਮੁਅੱਤਲ ਸਜ਼ਾ। ਜੁਰਮਾਨੇ ਦਾ ਭੁਗਤਾਨ ਕਰਨ ਦੀ ਮਿਤੀ ਤੋਂ 5 ਸਾਲ ਗਿਣੋ। ਵੱਖ-ਵੱਖ ਭੁਗਤਾਨ ਮਿਤੀਆਂ ਦੇ ਮਾਮਲੇ ਦੇ ਵਿੱਚ ਮੁੜ ਵਸੇਬੇ ਦੀ ਮਿਆਦ ਆਖਰੀ ਭੁਗਤਾਨ ਦੀ ਮਿਤੀ ਤੋਂ ਸ਼ੁਰੂ ਹੁੰਦੀ ਹੈ। ਪੈਰੋਲ ਤੋਂ ਬਿਨਾਂ ਕੈਦ। ਕੈਦ ਦੀ ਮਿਆਦ ਦੀ ਸਮਾਪਤੀ ਤੋਂ 5 ਸਾਲ ਗਿਣੋ। ਕੈਦ ਅਤੇ ਪੈਰੋਲ ਦੀ ਮਿਆਦ ਪੂਰੀ ਹੋਣ ਤੋਂ ਵੀ 5 ਸਾਲ ਗਿਣੋ।
ਪ੍ਰੋਬੇਸ਼ਨ ਵਾਕ ਦਾ ਹਿੱਸਾ ਹੈ। ਪ੍ਰੋਬੇਸ਼ਨ ਪੀਰੀਅਡ ਦੇ ਅੰਤ ਤੋਂ 5 ਸਾਲ ਗਿਣੋ। ਡਰਾਈਵਿੰਗ ਦੀ ਮਨਾਹੀ ਦੀ ਅੰਤਿਮ ਮਿਤੀ ਤੋਂ ਵੀ 5 ਸਾਲ ਗਿਣਨੇ ਆ। ਤੁਹਾਨੂੰ ਕ੍ਰਿਮੀਨਲ ਕੋਡ ਦੁਆਰਾ ਗੱਡੀ ਚਲਾਉਣ ਦੀ ਮਨਾਹੀ ਹੈ। ਯਕੀਨ ਦੀ ਕਿਸਮ ਇੱਕ ਫਰਕ ਪਾਉਂਦੀ ਹੈ। ਇਹ ਫੈਸਲਾ ਕਰਨ ਦੇ ਵਿੱਚ ਸਭ ਤੋਂ ਵੱਡਾ ਵਿਚਾਰ ਇਹ ਹੈ ਕਿ ਕਿਸੇ ਵਿਅਕਤੀ ਦਾ ਪੁਨਰਵਾਸ ਕੀਤਾ ਗਿਆ। ਇਹ ਸਥਾਪਿਤ ਕਰਨਾ ਹੈ ਕਿ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਉਹੀ ਅਪਰਾਧ ਕੀਤਾ ਹੁੰਦਾ ਤਾਂ ਕੀ ਹੁੰਦਾ। IRCC ਕੈਨੇਡਾ ਦੇ ਕੈਨੇਡੀਅਨ ਕ੍ਰਿਮੀਨਲ ਕੋਡ ਦੇ ਤਹਿਤ 10 ਸਾਲ ਤੋਂ ਘੱਟ ਦੀ ਸਜ਼ਾ ਤੇ 10 ਸਾਲ ਤੋਂ ਵੱਧ ਦੀ ਸਜ਼ਾ ਦੇ ਨਤੀਜੇ ਵਜੋਂ ਸਜ਼ਾਵਾਂ ਵਿਚਕਾਰ ਫਰਕ ਕਰਦਾ ਹੈ ਅਤੇ 10 ਸਾਲਾਂ ਤੋਂ ਵੱਧ ਕੁਝ ਵੀ ਨੁਕਸਾਨ ਹੈ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।